कल ही मेरे को एक कुड़ी 21 साल ਦੀ ਕੁੜੀ ਆਪਣਾ ਟ੍ਰੀਟਮੈਂਟ ਕਰਵਾਉਣ ਲਈ ਆਈ ਸੀਗੀ। ਉਹਨਾਂ ਦੀ ਮਦਰ ਨੇ ਮੈਨੂੰ ਦੱਸਿਆ ਕਿ ਆਪਾਂ ਨੂੰ 2 ਸਾਲਾਂ ਬਾਅਦ ਪਤਾ ਚੱਲਿਆ ਕਿ ਸਾਡੀ ਕੁੜੀ ਕੋਈ ਇਹ ਨਸ਼ੇ ਕਰਦੀ ਹੈ। ਤੇ ਉਹਨਾਂ ਨੇ ਕੀ ਦੱਸਿਆ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ। ਇਹ ਜਾਨਣਾ ਚਾਹੁੰਦਾ ਕਿ ਇਹ ਕੁੜੀ ਕੀ ਘਰਦਿਆਂ ਦੇ ਨਾਲ ਹੀ ਰਹਿੰਦੀ ਸੀ ਜਾਂ ਫਿਰ ਬਾਹਰ? ਇਹ ਕੁੜੀ ਘਰਦਿਆਂ ਦੇ ਨਾਲ ਰਹਿੰਦੀ ਸੀਗੀ। ਉਹਨਾਂ ਯੈਸ, ਉਹ ਕਾਲਜ ਦੇ ਵਿੱਚ ਪੜ੍ਹਦੀ ਸੀਗੀ ਤੇ ਪਾਰਟ ਟਾਈਮ ਜੌਬ ਵੀ ਕਰਦੀ ਸੀਗੀ। ਉਸ ਤੋਂ ਬਾਅਦ ਵੀ ਘਰਦਿਆਂ ਨੂੰ ਇਸ ਬਾਰੇ ਨਹੀਂ ਪਤਾ ਲੱਗ ਪਾਇਆ। ਘਰਦਿਆਂ ਨੂੰ ਕਦ ਸ਼ੱਕ ਹੋਇਆ ਜਦ ਉਹਨਾਂ ਨੇ ਇਹ ਨੋਟਿਸ ਕੀਤਾ ਕਿ ਜਿਹੜੀ ਕੁੜੀ ਦੀ ਸੈਲਰੀ ਸੀਗੀ ਉਹ ਵੀ ਉਹ ਘਰਦਿਆਂ ਨੂੰ ਨਹੀਂ ਦਿੰਦੀ ਸੀਗੀ ਤੇ ਅਲੱਗ ਤੋਂ ਘਰਦਿਆਂ ਤੋਂ ਉਹ ਪੈਸੇ ਮੰਗਦੀ ਸੀਗੀ। ਤੇ ਉਹਨਾਂ ਨੇ ਇਹ ਵੀ ਦੇਖਿਆ ਕਿ ਜਿਹੜਾ ਕਿ ਉਹਨੂੰ ਮੋਬਾਈਲ ਲੈ ਕੇ ਦਿੱਤਾ ਗਿਆ ਸੀ ਉਹ ਵੀ ਹਰ 15ਵੇਂ ਦਿਨ ਗੁੰਮ ਜਾਂਦਾ ਸੀਗਾ ਜਾਂ ਉਹਨੂੰ ਲੱਭਦਾ ਨਹੀਂ ਸੀਗਾ। ਇੱਕ ਹੋਰ ਜਿਹੜੀ ਉਹਨਾਂ ਨੇ ਚੀਜ਼ ਦੱਸੀ ਕਿ ਉਹ ਜਦ ਵੀ ਕੱਪੜੇ ਲੈਂਦੀ ਸੀ ਵੀ ਨਵੇਂ ਕੱਪੜੇ ਲੈਂਦੀ ਸੀਗੀ ਬਟ ਥੋੜੇ ਦਿਨਾਂ ਬਾਅਦ ਉਹ ਕੱਪੜੇ ਵੀ ਗੁੰਮ ਜਾਂਦੇ ਸੀਗੇ ਤੇ ਉਹਨਾਂ ਨੂੰ ਲੱਗਿਆ ਕਿ ਇਹ ਕਿਉਂ ਹੋ ਰਿਹਾ ਹੈ। ਤਾਂ ਜਦੋਂ ਡੀਪਲੀ ਉਹਨਾਂ ਨੇ ਰਿਸਰਚ ਕੀਤੀ, ਉਹਨਾਂ ਨੇ ਘਰ ਦੇ ਕਮਰੇ ਨੂੰ ਚੈੱਕ ਕੀਤਾ ਤੇ ਉਹਨਾਂ ਨੂੰ ਸਿਗਰਟ ਦੀ ਬਡਸ ਮਿਲੀਆਂ, ਉਹਨਾਂ ਨੂੰ ਭਾਂਗ ਦੇ ਫੋਇਲ ਪੇਪਰ ਮਿਲੇ ਤੇ ਉਹਨਾਂ ਨੂੰ ਕੁਝ ਸਿਰਿੰਜਸ ਵੀ ਮਿਲੀਆਂ ਜਿਨ੍ਹਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਕਿ ਸਾਡੀ ਕੁੜੀ ਜਿਹੜੀ ਕਿ ਕੰਮ ਤੇ ਵੀ ਜਾਂਦੀ ਹੈ, ਪੜ੍ਹਾਈ ਵੀ ਕਰਦੀ ਹੈ, ਹਾਊ ਕੈਨ ਸ਼ੀ ਬੀ ਇਨਟੂ ਥੀਸ ਥਿੰਗਸ। ਤੁਸੀਂ ਕੀ ਕਹਿੰਦੇ ਹੋ ਕਿ ਕਿੰਨੇ ਸਾਲ ਤੋਂ ਜਿਹੜਾ ਵਿਅਕਤੀ ਨਸ਼ੇ ਕਰ ਰਿਹਾ ਹੈ ਕਿ ਉਹ ਬਾਹਰ ਆ ਸਕਦਾ ਹੈ? 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਨਸ਼ਾ ਕਰਨ ਵਾਲਾ ਵਿਅਕਤੀ ਇਸ ਤੋਂ ਬਾਹਰ ਨਿਕਲ ਸਕਦਾ ਹੈ? ਇਹ ਬਹੁਤ ਹੀ ਚੰਗਾ ਕੁਐਸਚਨ ਪੁੱਛਿਆ ਤੁਸੀਂ ਮੈਡਮ। ਬੇਸਿਕਲੀ ਇਹ ਡਿਪੈਂਡ ਨਹੀਂ ਕਰਦਾ ਕਿ ਕਿੰਨੇ ਸਾਲਾਂ ਤੋਂ ਬੰਦਾ ਨਸ਼ਾ ਕਰ ਰਿਹਾ ਹੈ ਕਿ ਉਹ ਠੀਕ ਹੋ ਸਕਦਾ ਹੈ ਜਾਂ ਨਹੀਂ। ਪਹਿਲੀ ਗੱਲ ਇਹਦੇ ਵਿੱਚ ਇਹ ਹੈਗੀ ਹੈ ਕਿ ਸਾਨੂੰ ਜਦ ਆਪਾਂ ਟ੍ਰੀਟਮੈਂਟ ਕਰਦੇ ਹਾਂ, ਟ੍ਰੀਟਮੈਂਟ ਦੇ 2 ਪਾਰਟਸ ਹੁੰਦੇ ਨੇ। ਜਿਹੜਾ ਫਸਟ ਪਾਰਟ ਹੁੰਦਾ ਹੈ ਉਸਦੇ ਵਿੱਚ ਆਪਾਂ ਡੀਟੌਕਸੀਫਿਕੇਸ਼ਨ ਉਹਨੂੰ ਕਹਿੰਦੇ ਆ। ਡੀਟੌਕਸੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਕਿ ਪੇਸ਼ੈਂਟ ਦਾ ਜਿਹੜਾ ਵਿਡਰੋਲ ਸਿੰਪਟਮਸ ਨੇ ਉਹਨੂੰ ਆਪਾਂ ਠੀਕ ਕਰਦੇ ਹਾਂ। ਜਦ ਕੋਈ 10 ਸਾਲ ਤੋਂ ਨਸ਼ੇ ਕਰਦਾ ਹੋਇਆ ਵਿਅਕਤੀ ਸਾਡੇ ਕੋਲ ਆਉਂਦਾ ਹੈ ਤੇ ਜਿਹੜਾ ਡੀਟੌਕਸੀਫਿਕੇਸ਼ਨ ਵਾਲਾ ਪੀਰੀਅਡ ਹੁੰਦਾ ਉਹ ਸਿਰਫ 15 ਤੋਂ 20 ਦਿਨ ਹੁੰਦਾ ਜਦ ਕਿ ਮਰੀਜ਼ ਨੂੰ ਤੋੜ ਲੱਗਦੀ ਹੈ ਜਾਂ ਦਿੱਕਤਾਂ ਆਉਂਦੀਆਂ। ਇਹ ਪਾਰਟ ਜੇ ਆਪਾਂ ਕਵਰ ਕਰ ਲੈਂਦੇ ਹਾਂ ਉਸ ਤੋਂ ਬਾਅਦ ਦ ਨੈਕਸਟ ਪਾਰਟ ਦੈਟ ਬਿਗਿਨਸ ਇਜ਼ ਰਿਲੈਪਸ ਤੋਂ ਪ੍ਰੀਵੈਂਸ਼ਨ। ਸਾਨੂੰ ਉਹਨੂੰ ਦੁਬਾਰਾ ਨਸ਼ੇ ਵੱਲ ਨਹੀਂ ਜਾਣ ਦੇਣਾ। ਬਹੁਤ ਸਾਰੇ ਮਰੀਜ਼ ਸਿਰਫ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਸੋਚਦੇ ਨੇ ਕਿ ਆਪਾਂ ਠੀਕ ਹੋ ਗਏ ਨੇ, ਆਪਾਂ ਦੁਬਾਰਾ ਕਮਿਊਨਿਟੀ ਦੇ ਵਿੱਚ ਜਾ ਸਕਦੇ ਹਨ। ਬਟ ਇਹ ਦੇਖਿਆ ਗਿਆ ਹੈ ਕਿ ਇਹ ਜਿਹੜਾ ਟ੍ਰੀਟਮੈਂਟ ਹੈ ਇਹ ਥੋੜਾ ਲੰਬਾ ਚਲਾਉਣਾ ਪੈਂਦਾ ਹੈ ਟੂ ਗੈਟ ਬੈਟਰ ਰਿਜ਼ਲਟਸ। ਔਰ ਇਸ ਨਸ਼ੇ ਤੋਂ ਬਿਲਕੁਲ ਬਾਹਰ ਨਿਕਲਣ ਲਈ ਪੰਜਾਬ ਸਰਕਾਰ ਨੇ ਵੀ ਜਿਹੜੀ ਗਾਈਡਲਾਈਨਸ ਕੱਢੀਆਂ ਨੇ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਓਪੀਓਇਡ ਸਬਸਟੀਟਿਊਸ਼ਨ ਟ੍ਰੀਟਮੈਂਟ ਕਹਿੰਦੇ ਨੇ ਇਹਨੂੰ। ਆਪਾਂ ਜਿਹੜੀ ਮੈਡੀਸਿਨ ਦਿੰਦੇ ਸਨ ਮਰੀਜ਼ ਨੂੰ ਉਹ ਥੋੜੀ ਡੋਜ਼ ਦੇ ਵਿੱਚ ਥੋੜੇ ਜ਼ਿਆਦਾ ਟਾਈਮ ਲਈ ਦਿੰਦੇ ਨੇ ਸੋ ਦੈਟ ਕਿ ਮਰੀਜ਼ ਨੂੰ ਇਹ ਬਿਮਾਰੀ ਦੁਬਾਰਾ ਨਾ ਹੋਵੇ। ਯਾਨੀ ਕਿ ਸਮਾਂ ਕਿੰਨਾ ਵੀ ਬੀਤ ਜਾਵੇ ਜੇਕਰ ਕੋਈ ਠਾਣ ਲਵੇ ਕਿ ਮੈਂ ਨਸ਼ਾ ਛੱਡਣਾ ਹੈ ਤਾਂ ਉਹ ਇਸ ਨੂੰ ਛੱਡ ਸਕਦਾ ਹੈ। ਬਿਲਕੁਲ ਛੱਡ ਸਕਦਾ ਹੈ ਜੀ, ਬਿਲਕੁਲ ਛੱਡ ਸਕਦਾ ਹੈ ਜੀ। ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਮਰੀਜ਼ ਦੇ ਜਦੋਂ ਉਹ ਨਸ਼ਾ ਕਰਨਾ ਤਾਂ ਚਾਹ ਰਿਹਾ ਹੁੰਦਾ ਪਰ ਉਸਨੂੰ ਉਹਨੇ ਆਪਣੇ ਆਪ ਨੂੰ ਰੋਕਿਆ ਹੁੰਦਾ, ਸਮਝ ਚੁੱਕਿਆ ਹੁੰਦਾ ਹੈ ਕਿ ਇਹ ਨਸ਼ਾ ਮੈਂ ਨਹੀਂ ਕਰਨਾ? ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖੇ ਨੇ? ਕੀ ਮਰੀਜ਼ ਉਸ ਸਮੇਂ ਰੋਂਦੇ ਨੇ ਕਿਉਂਕਿ ਨਾ ਤਾਂ ਆਪਣੇ ਸਰੀਰ ਦਾ ਧਿਆਨ ਰੱਖ ਪਾਉਂਦੇ ਨੇ ਨਾ ਹੀ ਆਪਣੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਸਟੇਬਲ ਰੱਖ ਪਾਉਂਦੇ ਨੇ? ਕੋਈ ਐਸਾ ਵਿਅਕਤੀ, ਕੋਈ ਐਸਾ ਜਿਸਨੂੰ ਨਸ਼ੇੜੀ ਕਹਿ ਦਿੱਤਾ ਜਾਂਦਾ ਹੈ, ਅਜਿਹੇ ਵਿਅਕਤੀ ਦੀ ਹਾਲਾਤ ਨੂੰ ਤੁਸੀਂ ਕਿਵੇਂ ਦਰਸਾਓਗੇ? ਦੇਖੋ, ਜਿਹੜਾ ਮਰੀਜ਼ ਨਸ਼ੇ ਦੀ ਲੱਤ ਦੇ ਵਿੱਚ ਲੱਗ ਚੁੱਕਿਆ ਹੈ ਆਪਾਂ ਐਜ਼ ਅ ਸੋਸਾਇਟੀ ਉਹਨੂੰ ਬੜੀ ਨੈਗੇਟਿਵ ਵੇ ਦੇ ਵਿੱਚ ਦੇਖਨੇ ਸਨ। ਉਹਨੂੰ ਆਪਾਂ ਉਸ ਬੰਦੇ ਨੂੰ ਸੋਚਦੇ ਹਨ ਕਿ ਇਹ ਇੱਕ ਸਟਰੋਂਗ ਆਦਮੀ ਨਹੀਂ ਹੈਗਾ ਜਿਹੜਾ ਕਿ ਆਪਣੇ ਆਪ ਨੂੰ ਨਹੀਂ ਸੰਭਾਲ ਸਕ ਰਿਹਾ। ਬਟ ਸਾਨੂੰ ਮਰੀਜ਼ ਦੇ ਅਕੋਰਡਿੰਗ ਵੀ ਸੋਚਣਾ ਚਾਹੀਦਾ ਹੈ ਕਿ ਉਸ ਮਰੀਜ਼ ਨੇ ਆਪਣੀ ਤਰਫੋਂ ਪੂਰੀ ਕੋਸ਼ਿਸ਼ਾਂ ਕਰ ਲਈਆਂ ਸਨ ਬਟ ਜਦ ਉਹਦੇ ਕੋਲ ਹੁਣ ਟ੍ਰੀਟਮੈਂਟ ਕਰਾਉਣ ਲਈ ਪੈਸਾ ਹੀ ਨਹੀਂ ਹੈਗਾ ਜਾਂ ਉਹ
ਇਸ ਨਸ਼ੇ ਦੀ ਲੱਤ ਦੇ ਵਿੱਚ ਇੰਨਾ ਜ਼ਿਆਦਾ ਲੀਨ ਹੋ ਚੁੱਕਿਆ ਹੈ ਕਿ ਉਹ ਜਾਂ ਤਾਂ ਕਿਤੇ ਜਾਵੇ ਜਿੱਥੇ ਕਿ ਉਹਨੂੰ ਟ੍ਰੀਟਮੈਂਟ ਮਿਲ ਸਕੇ, ਜਾਂ ਉਹਨੂੰ ਕੋਈ ਲੈ ਕੇ ਜਾਵੇ, ਉਹਦੇ ਘਰ ਦੇ ਉਹਨੂੰ ਲੈ ਕੇ ਜਾਣ। ਬੇਸਿਕਲੀ ਹੁੰਦਾ ਕੀ ਹੈ ਕਿ ਮਰੀਜ਼ ਜਿੱਥੇ ਉਹਨੂੰ ਪਹੁੰਚਣਾ ਚਾਹੀਦਾ ਹੈ, ਜਿੱਥੇ ਉਹਨੂੰ ਇਲਾਜ ਕਰਾਉਣਾ ਚਾਹੀਦਾ ਹੈ, ਉਹ ਉਹਨੂੰ ਟਾਈਮ ਤੇ ਨਹੀਂ ਮਿਲ ਪਾਉਂਦਾ। ਉਹ ਆਪਣੀ ਸਿਚੁਏਸ਼ਨ ਨੂੰ, ਆਪਣੇ ਹਾਲਾਤ ਨੂੰ ਬਹੁਤ ਜ਼ਿਆਦਾ ਕ੍ਰਿਟੀਕਲ ਕਰ ਲੈਂਦਾ ਹੈ। ਉਸ ਤੋਂ ਬਾਅਦ ਜਦੋਂ ਡਾਕਟਰ ਕੋਲ ਪਹੁੰਚਦਾ ਹੈ ਤਾਂ ਡਾਕਟਰ ਉਹਦਾ ਇਲਾਜ ਤਾਂ ਕਰਦਾ ਹੈ, ਬਟ ਫਿਰ ਵੀ ਮਰੀਜ਼ ਦੀ ਜਿਹੜੀ ਸਿਚੁਏਸ਼ਨ ਹੈ, ਮਰੀਜ਼ ਦਾ ਜਿਹੜਾ ਮੈਂਟਲ ਸਟੇਟਸ ਹੁੰਦਾ ਹੈ, ਉਹ ਸਿਰਫ ਡਾਕਟਰ ਹੀ ਸਮਝ ਪਾਉਂਦਾ ਹੈ, ਬਟ ਉਹਦੇ ਘਰ ਦੇ ਉਹਨੂੰ ਬੜੀ ਨੈਗੇਟਿਵ ਵੇ ਦੇ ਵਿੱਚ ਹੀ ਦੇਖਦੇ ਸਨ। ਹਾਂ, ਯਾਨੀ ਕਿ ਇੱਕ ਮਰੀਜ਼ ਦੇ ਠੀਕ ਹੋਣ ਦੇ ਲਈ ਸਮਾਜ ਦੇ ਵੱਲੋਂ ਉਸ ਨੂੰ ਪ੍ਰਵਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ, ਇਸ ਤੋਂ ਇਲਾਵਾ ਕੁਝ ਸਵਾਲ ਸਾਡੇ ਕੋਲ ਆਏ ਨੇ, ਜਿਵੇਂ ਕਿ ਇੱਕ ਵਿਊਅਰਸ ਪੁੱਛਦੇ ਨੇ ਕਿ ਚਾਹ, ਕੌਫੀ, ਤੰਬਾਕੂ, ਸ਼ਰਾਬ ਅਤੇ ਭੰਗ ਆ ਸਾਰੀਆਂ ਚੀਜ਼ਾਂ ਦੇ ਨਾਲੋਂ ਬਾਕੀ ਦੇ ਨਸ਼ੇ ਕਿਵੇਂ ਅਲੱਗ ਨੇ? ਬੇਸਿਕਲੀ ਇਹ ਸਾਰੇ ਨਸ਼ੇ ਸਾਡੀ ਜਿਹੜੀ ਨਸ਼ਿਆਂ ਦੀ ਕਿਤਾਬ ਕਹਿ ਲਓ ਜਾਂ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਜ਼ੀਜ਼ ਜਦ ਗੱਲ ਕਰਦੇ ਹਾਂ ICD-10, ਉਹਦੇ ਵਿੱਚ ਇਹ ਸਾਰੇ ਨਸ਼ਿਆਂ ਦਾ ਨਾਮ ਆਂਦਾ ਹੀ ਹੈਗਾ। ਕੈਫੀਨ ਯੂਜ਼ ਡਿਸਆਰਡਰ, ਨਿਕੋਟੀਨ ਯੂਜ਼ ਡਿਸਆਰਡਰ, ਐਲਕੋਹਲ ਯੂਜ਼ ਡਿਸਆਰਡਰ, ਇਹ ਸਾਰੇ ਹੀ ਨਸ਼ਿਆਂ ਦੇ ਵਿੱਚ ਹੀ ਆਉਂਦੇ ਨੇ। ਬਟ ਇਹਨਾਂ ਦੇ ਵਿੱਚ ਹੁਣ ਫਰਕ ਕੀ ਇਹ ਹੈਗਾ ਕਿ ਜਿਹੜਾ ਕਿ ਕੈਫੀਨ, ਸਮੋਕਿੰਗ ਔਰ ਐਲਕੋਹਲ ਹੈਗਾ, ਈਵਨ ਟੂ ਸਮ ਐਕਸਟੈਂਟ ਗਾਂਜਾ, ਕੈਨਾਬਿਸ ਨੂੰ ਵੀ ਗੇਟਵੇ ਡਰੱਗ ਕਿਹਾ ਗਿਆ ਹੈ ਕਿ ਥੀਸ ਆਰ ਦ ਡਰੱਗਸ ਜਿਹੜੇ ਕਿ ਗੇਟਵੇ ਡਰੱਗਸ ਨੇ। ਇਹ ਛੋਟੇ ਨਸ਼ੇ ਨੇ। ਜਿਹੜਾ ਕੋਈ ਮਰੀਜ਼ ਇਹਨਾਂ ਨਸ਼ਿਆਂ ਨੂੰ ਸ਼ੁਰੂ ਕਰਦਾ ਹੈ, ਚਾਂਸਿਸ ਆਰ ਕਿ ਇਹ ਛੋਟੇ ਨਸ਼ਿਆਂ ਤੋਂ ਵੱਡੇ ਨਸ਼ਿਆਂ ਤੋਂ ਦੇ ਉੱਤੇ ਲੱਗ ਸਕਦਾ ਹੈ। ਗੇਟਵੇ ਡਰੱਗ, ਜਦ ਇਹ ਨਸ਼ੇ ਦੇ ਦੁਆਰ ਖੁੱਲ ਜਾਂਦੇ ਨੇ ਤੇ ਵੱਡੇ ਨਸ਼ਿਆਂ ਦੇ ਦੁਆਰ ਵੀ ਖੁੱਲ ਸਕਦੇ ਨੇ। ਇਹ ਛੋਟੇ ਨਸ਼ੇ ਨੇ, ਇਹਨਾਂ ਦੇ ਵਿੱਚ ਜਿਹੜਾ ਵਿਡਰੋਲ ਨੇ ਉਹ ਥੋੜਾ ਮਾਨਸਿਕ ਤੌਰ ਤੇ ਵਿਡਰੋਲ ਜ਼ਿਆਦਾ ਹੈ, ਬਟ ਸ਼ਾਰੀਰਿਕ ਵਿਡਰੋਲ ਕਮ ਹੈਗਾ। ਮਰੀਜ਼ ਨੂੰ ਨਹੀਂ ਪਤਾ ਲੱਗਦਾ ਕਿ ਉਹਨੂੰ ਕੁਝ ਸਿੰਪਟਮ ਹੋ ਰਹੇ ਨੇ। ਜਦ ਕੋਈ ਮਰੀਜ਼ ਹੈਰੋਇਨ ਦਾ ਨਸ਼ਾ ਕਰਦਾ ਹੈ, ਉਹਨੂੰ ਜਦ ਛਿੱਕਾਂ ਆਉਂਦੀਆਂ ਨੇ, ਉਹਦਾ ਜਦ ਪਸੀਨੇ ਆਉਂਦੇ ਨੇ, ਉਹਨੂੰ ਜਦ ਠੰਡ ਲੱਗਦੀ ਹੈ ਜਾਂ ਡਾਇਰੀਆ ਹੁੰਦਾ ਹੈ, ਤੇ ਉਹਦੇ ਸਰੀਰ ਦੇ ਵਿੱਚ ਸਿੰਪਟਮਸ ਹੋ ਰਹੇ ਨੇ। ਬਟ ਜਿਹੜੇ ਇਹ ਛੋਟੇ ਨਸ਼ਿਆਂ ਦੀ ਆਪਾਂ ਗੱਲ ਕੀਤੀ, ਜਿਵੇਂ ਕਿ ਨਿਕੋਟੀਨ ਦੀ ਜਾਂ ਕੈਫੀਨ ਦੀ, ਇਹਦੇ ਵਿੱਚ ਜ਼ਿਆਦਾਤਰ ਮਾਨਸਿਕ ਸਿੰਪਟਮਸ ਆਉਂਦੇ ਨੇ, ਜਿਹੜਾ ਕਿ ਇਰੀਟੇਬਿਲਿਟੀ ਕਹਿ ਲਓ, ਜਿਹੜਾ ਕਿ ਐਂਕਸ਼ੀਅਸਨੈਸ, ਘਬਰਾਹਟ ਕਹਿ ਲਓ। ਇਹਨੂੰ ਇੰਨੀ ਇੰਪੋਰਟੈਂਸ ਮਰੀਜ਼ ਨਹੀਂ ਦੇ ਪਾਉਂਦੇ। ਉਹ ਇਸ ਚੀਜ਼ ਨੂੰ ਇਹਦੇ ਨਾਲ ਜੋੜ ਹੀ ਨਹੀਂ ਪਾਉਂਦੇ ਕਿ ਇਹ ਜਿਹੜੇ ਸਿੰਪਟਮਸ ਉਹਨਾਂ ਨੂੰ ਹੋ ਰਹੇ ਨੇ ਇਹ ਇਸ ਨਸ਼ੇ ਕਰਕੇ ਹੋ ਰਹੇ ਨੇ ਜਾਂ ਇਸ ਚੀਜ਼ ਕਰਕੇ ਹੋ ਰਹੇ ਨੇ। ਜੀ, ਆਮ ਤੌਰ ਤੇ ਲੋਕਾਂ ਨੂੰ ਸੁਣਦੇ ਦੇਖਿਆ, ਕਹਿੰਦੇ ਨੇ ਕਿ ਅੱਜ ਮੈਂ ਚਾਹ ਨਹੀਂ ਪੀਤੀ, ਕੌਫੀ ਨਹੀਂ ਪੀਤੀ ਤਾਂ ਮੇਰਾ ਸਿਰ ਦਰਦ ਹੋਣਾ ਸ਼ੁਰੂ ਹੋ ਗਿਆ, ਯਾਨੀ ਕਿ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੈ। ਯੈਸ, ਐਂਡ ਸਿਰ ਦਰਦ ਇਜ਼ ਅ ਵਿਡਰੋਲ ਸਿੰਪਟਮ। ਅੱਛਾ, ਮਾਨਸਿਕ ਤੌਰ ਤੇ ਜੇਕਰ ਆਪਾਂ ਸੋਚ ਬਦਲ ਲਈਏ ਤਾਂ ਇਹ ਛੁੱਟ ਸਕਦੇ ਨੇ? ਯੈਸ, ਮੋਟੀਵੇਸ਼ਨ ਇਜ਼ ਅ ਵੈਰੀ ਇੰਪੋਰਟੈਂਟ ਫੈਕਟਰ। ਦੇਖਿਆ ਇਹ ਗਿਆ ਹੈ ਕਿ ਤੁਹਾਨੂੰ ਮੋਟੀਵੇਸ਼ਨ ਸਾਈਕਲ ਬਾਰੇ ਮੈਂ ਦੱਸ ਸਕਦਾ। ਇਹ ਮੋਟੀਵੇਸ਼ਨ ਸਾਈਕਲ ਜਿਹੜੀ ਹੈ ਇਹ ਸੇਮ ਰਹਿੰਦੀ ਹੈ ਹਰ ਚੀਜ਼ ਦੇ ਲਈ। ਜੇ ਕਿਸੇ ਨੇ ਆਪਣਾ weight loss ਕਰਨਾ ਹੈ, ਜਾਂ ਜੇ ਕਿਸੇ ਨੇ ਪੜ੍ਹਾਈ ਕਰਨੀ ਹੈਗੀ ਹੈ, ਜਾਂ ਜੇ ਕਿਸੇ ਨੇ ਕਿਸੇ ਕੰਮ ਤੇ ਲੱਗਣਾ ਹੈ, this motivation cycle remains the same। ਉਹਦੇ ਵਿੱਚ ਹੁੰਦਾ ਕੀ ਹੈ ਕਿ ਪਹਿਲਾਂ there is no motivation। ਜਦ ਮਰੀਜ਼ ਨੂੰ ਘਰ ਦੇ ਕਹਿੰਦੇ ਨੇ ਕਿ ਤੁਸੀਂ ਨਸ਼ਾ ਛੱਡ ਦਿਓ, ਉਹ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਤੇ ਮੈਂ ਨਸ਼ਾ ਕਿਉਂ ਛੱਡਾਂ। ਤੋ ਫਸਟ ਥਿੰਗ ਇਜ਼ no motivation। ਉਹਨੂੰ ਪਤਾ ਹੀ ਨਹੀਂ ਹੈਗਾ ਕਿ ਬਈ ਕਿ ਉਹਦੇ ਨਾਲ ਕੋਈ ਪ੍ਰੋਬਲਮ ਹੈਗੀ ਹੈ। ਜਦ ਸੈਕੰਡ ਫੇਜ਼ ਆ ਜਾਂਦਾ ਹੈ ਮੋਟੀਵੇਸ਼ਨ ਦਾ, ਉਹ ਹੁੰਦਾ ਹੈ ਡਬਲ ਮਾਈਂਡਡਨੈਸ। ਉਹਨੂੰ ਲੱਗਣ ਲੱਗ ਜਾਂਦਾ ਕਿ ਸ਼ਾਇਦ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ, ਮੇਬੀ ਮੈਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ, ਜਾਂ ਮੇਬੀ ਮੈਨੂੰ weight loss ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਇੰਨੇ ਸਾਰੇ ਲੋਕ ਦੱਸ ਰਹੇ ਨੇ। ਸੋ that is the second part of that। then comes the third part where there is action। ਮਤਲਬ ਕਿ ਬੰਦਾ ਉਹਦੇ ਤੇ ਕੰਮ ਕਰਨ ਲੱਗਦਾ ਹੈ। ਜਿਵੇਂ ਨਸ਼ੇ ਦਾ ਆਦੀ ਡਾਕਟਰ ਕੋਲ ਜਾਂਦਾ ਹੈ, ਆਪਣਾ ਇਲਾਜ ਕਰਾਉਣ ਲੱਗਦਾ ਹੈ, that is action phase of motivation। then comes maintenance। ਰੈਗੂਲਰ ਫੋਲੋਅਪ ਲਈ ਆ ਰਿਹਾ ਹੈ, ਰੈਗੂਲਰ ਜਿਮ ਜਾ ਰਿਹਾ ਹੈ ਕੋਈ ਬੰਦਾ, ਤੇ that is maintenance। but the sad part of motivation is that
ਥੋੜੇ ਦੇਰ ਬਾਅਦ ਇਹ ਸਾਈਕਲ ਫੇਰ ਨੋ ਮੋਟੀਵੇਸ਼ਨ ਤੇ ਚਲੀ ਜਾਂਦੀ ਹੈ ਐਕਸ਼ਨ ਤੇ ਮੇਨਟੇਨੈਂਸ ਤੋਂ ਬਾਅਦ। ਸੋ ਦੈਟ ਇਜ਼ ਵਾਈ ਇਸ ਨਸ਼ੇ ਦੀ ਬਿਮਾਰੀ ਨੂੰ ਵੀ ਰਿਲੈਪਸਿੰਗ ਐਂਡ ਰਿਮਿਟਿੰਗ ਡਿਸਆਰਡਰ ਕਿਹਾ ਗਿਆ ਹੈ। ਹਰ ਇੱਕ ਬੰਦੇ ਦੀ ਮੋਟੀਵੇਸ਼ਨ ਇੱਕ ਟਾਈਮ ਲਈ ਹੀ ਰਹਿੰਦੀ ਹੈ ਔਰ ਉਸ ਟਾਈਮ ਦੀ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਉਹ ਮੋਟੀਵੇਸ਼ਨ ਘਟ ਜਾਂਦੀ ਹੈ ਥੋੜੇ ਟਾਈਮ ਲਈ। then you get the motivation back again। ਇਹਨੂੰ ਹਮੇਸ਼ਾ ਲਈ ਬੂਸਟ ਅਪ ਕਰਨ ਦੇ ਲਈ ਕੀ ਕਰਨਾ ਚਾਹੀਦਾ ਤਾਂ ਕਿ ਸਾਈਕਲ ਨਾ ਟੁੱਟੇ? ਹਮੇਸ਼ਾ ਲਈ ਬੂਸਟ ਅਪ ਕਰਨ ਲਈ ਤੁਹਾਨੂੰ you have to give in more efforts and you have to ਤੁਹਾਨੂੰ ਇਹ ਕੋਸ਼ਿਸ਼ ਕਰਨੀ ਪਏਗੀ, ਇੱਕ ਕੌਨਸ਼ੀਅਸ ਐਫਰਟ ਰੱਖਣਾ ਪਏਗਾ ਆਪਣੀ ਤਰਫੋਂ। ਆਪਣੇ ਦਿਮਾਗ ਨੂੰ ਡੇਲੀ ਸਮਝਾਉਣਾ ਪਏਗਾ ਕਿ yes I have to do it and then only I will be able to get over this problem। ਜੀ, ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗੇ ਡਾਕਟਰ ਸਾਹਿਬ ਤੁਹਾਡੇ ਤੋਂ ਕਿ ਮਾਨਸਿਕ ਅਤੇ ਸਰੀਰਕ ਬਦਲਾਵ ਕਿਵੇਂ ਆਉਂਦਾ ਹੈ ਜਦੋਂ ਕੋਈ ਨਸ਼ਾ ਸ਼ੁਰੂ ਕਰ ਦਿੰਦਾ, ਤਾਂ ਕਿ ਮਾਂ-ਬਾਪ ਨੂੰ, ਲੋਕਾਂ ਨੂੰ, ਆਸੇ-ਪਾਸੇ ਸਮਾਜ ਨੂੰ ਸਮਝਣ ਦੇ ਵਿੱਚ ਸਹਾਇਤਾ ਮਿਲੇ ਕਿ ਉਹ ਲੱਛਣਾਂ ਤੋਂ ਹੀ ਜਾਣ ਸਕਣ ਸਰੀਰਕ ਅਤੇ ਮਾਨਸਿਕ ਬਦਲਾਵ ਕਿਵੇਂ ਆਉਂਦਾ ਹੈ ਇਸ ਦੇ ਵਿੱਚ? ਜਿਹੜੇ ਮਾਨਸਿਕ ਸਿੰਪਟਮਸ ਨੇ ਉਹ ਵੱਖ-ਵੱਖ ਤਰੀਕੇ ਨਾਲ ਆ ਸਕਦੇ ਨੇ। ਪਹਿਲਾ ਜਿਹੜਾ ਸਿੰਪਟਮ ਹੋ ਸਕਦਾ ਹੈ ਉਹ ਹੈ ਆਈਸੋਲੇਸ਼ਨ। ਜਿਹੜਾ ਬੱਚਾ ਹੈਗਾ ਉਹ ਆਪਣੇ ਆਪ ਨੂੰ ਘਰਦਿਆਂ ਤੋਂ ਅਲੱਗ ਰੱਖਦਾ ਹੈ, ਛੁਪ ਕੇ ਕੰਮ ਕਰਦਾ ਹੈ, ਆਪਣੇ ਕਮਰੇ ਨੂੰ ਹਮੇਸ਼ਾ ਕੁੰਡੀ ਲਾ ਕੇ ਰੱਖਦਾ ਹੈ। ਜਦ ਉਹ ਫੋਨ ਤੇ ਗੱਲਾਂ ਕਰਦਾ ਹੈ ਉਹ ਚਾਹੁੰਦਾ ਹੈ ਕਿ ਮੈਨੂੰ ਆਪਣੀ ਪ੍ਰਾਈਵੇਸੀ ਦਿੱਤੀ ਜਾਵੇ। ਇਸ ਚੀਜ਼ ਨੂੰ ਜਸਟੀਫਾਈ ਵੀ ਕਰਦੇ ਨੇ ਬੱਚੇ। ਬਹੁਤ ਸਾਰੇ ਜਵਾਕ ਮੈਂ ਦੇਖੇ ਨੇ ਜਿਹੜੇ ਕਹਿੰਦੇ ਨੇ ਕਿ ਮੈਨੂੰ ਆਪਣਾ ਟਾਈਮ ਨਹੀਂ ਦਿੰਦੇ ਘਰ ਵਾਲੇ ਆਪਣੀ ਪੁਆਇੰਟ ਤੇ ਬਿਲਕੁਲ ਠੀਕ ਨੇ ਕਿ ਉਹ ਆਪਣੀ ਸੁਪਰਵਿਜ਼ਨ ਰੱਖਣਾ ਚਾਹੁੰਦੇ ਨੇ, ਬਟ ਕੁਝ ਬੱਚੇ ਜਿਹੜੇ ਇਹ ਨਸ਼ੇ ਦੀ ਲਤ ਦੇ ਵਿੱਚ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਉਹ ਜ਼ਿਆਦਾ ਟਾਈਮ ਘਰ ਤੋਂ ਬਾਹਰ ਸਪੈਂਡ ਕਰਨ, ਆਪਣੇ ਦੋਸਤਾਂ ਦੇ ਨਾਲ ਜ਼ਿਆਦਾ ਸਪੈਂਡ ਕਰਨ। ਤੇ ਇਹ ਕੁਝ ਲੱਛਣ ਨੇ ਜਿਹੜੇ ਕਿ ਘਰ ਦੇ ਨੋਟਿਸ ਕਰ ਸਕਦੇ ਨੇ। ਤੇ ਨਾਲ ਸਕੂਲ ਦੇ ਵਿੱਚ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਥੋੜੀ ਜੀ ਸਲਾਈਟਲੀ ਲੋ ਹੋਣ ਲੱਗ ਜਾਂਦੀ ਹੈ। देयर परफॉर्मेंस इज नॉट ਲਾਈਕ ਪ੍ਰੀਵੀਅਸ। ਉਹ ਕਹਿੰਦੇ ਨੇ ਕਿ 10th ਤੱਕ ਤਾਂ ਮੇਰਾ ਮੁੰਡਾ ਬਹੁਤ ਚੰਗਾ ਸੀਗਾ, ਪੜ੍ਹਾਈ ਵੀ ਕਰਦਾ ਸੀਗਾ, ਚੰਗੇ ਮਾਰਕਸ ਵੀ ਲੈਂਦਾ ਸੀਗਾ, ਬਟ ਜਦ ਤੋਂ 11ਵੀਂ ਚ ਆਇਆ ਹੈ ਇਹ ਪਤਾ ਨਹੀਂ ਕੀ ਹੋਇਆ ਹੈ, ਮੇਰਾ ਮੁੰਡਾ ਵੈਸੇ ਤਾਂ ਬਹੁਤ ਇੰਟੈਲੀਜੈਂਟ ਹੈ ਬਟ ਇਹਦੇ ਨੰਬਰ ਹੀ ਨਹੀਂ ਆ ਰਹੇ। ਤੇ ਇਹ ਵੀ ਇੱਕ ਸਿਗਨਲ ਹੈਗਾ ਹੈ ਜਿਹਦੇ ਨਾਲ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ ਬੱਚਿਆਂ ਦੇ ਲਈ। ਸਿਮਿਲਰਲੀ ਜਦ ਆਪਾਂ ਐਡਲਟਸ ਦੀ ਗੱਲ ਕਰਦੇ ਹਾਂ ਤੇ ਐਡਲਟਸ ਦੇ ਵਿੱਚ ਜੇਕਰ ਆਦਮੀ ਆਪਣੇ ਕੰਮ ਤੇ ਨਹੀਂ ਜਾ ਰਿਹਾ ਹੈ ਜਾਂ ਕੰਮ ਤੋਂ ਛੁੱਟੀਆਂ ਜ਼ਿਆਦਾ ਲੈ ਰਿਹਾ ਹੈ ਜਾਂ ਉਹਦੇ ਉੱਤੇ ਕੋਈ ਡਿਸਪਲਿਨਰੀ ਐਕਸ਼ਨ ਲਿੱਤਾ ਜਾ ਰਿਹਾ ਹੈ ਉਹਦੀ ਕੰਪਨੀ ਵੱਲੋਂ, ਤੇ those are the things which can give you an idea that something is wrong with him or he is doing some substance that he is using। ਆਪਾਂ ਬੱਚਿਆਂ ਤੇ ਨੌਜਵਾਨਾਂ ਦੀ ਗੱਲ ਇੱਥੇ ਕਰ ਲਈ ਹੈ, ਬਟ ਔਰਤਾਂ ਦੇ ਵਿੱਚ, ਕੁੜੀਆਂ ਦੇ ਵਿੱਚ ਇਹਨਾਂ ਲੱਛਣਾਂ ਨੂੰ ਕਿਵੇਂ ਪਹਿਚਾਣਿਆ ਜਾਵੇ? ਦੇਖੋ, ਕੁੜੀਆਂ ਤੇ ਮੁੰਡਿਆਂ ਦੇ ਵਿੱਚ ਡਿਫਰੈਂਸ਼ੀਏਸ਼ਨ ਕਰਨਾ ਨਹੀਂ ਚਾਹੀਦਾ ਸਾਨੂੰ। ਉਹਦੇ ਵਿੱਚ ਵੀ ਸੇਮ ਸਿੰਪਟਮਸ ਨੇ ਜਿਹੜੇ ਉਹ ਅਲੱਗ ਹੁੰਦੇ ਨੇ। ਆਪਣੇ ਸਮਾਜ ਦੇ ਵਿੱਚ ਹਾਲੇ ਵੀ ਉਹ ਹੈ ਕਿ ਕੁੜੀਆਂ ਦੇ ਤੇ ਮੁੰਡਿਆਂ ਦੇ ਹਾਲਾਤ ਬਿਲਕੁਲ ਅਲੱਗ ਹੁੰਦੇ ਨੇ। ਰਹਿਣਾ ਸਹਿਣਾ, ਬੋਲਣਾ ਚਾਲਣਾ, ਉਹਨਾਂ ਦੀ ਸੋਚਣ ਸ਼ਕਤੀ ਬਿਲਕੁਲ ਅਲੱਗ ਹੁੰਦੀ ਹੈ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ। ਕੁੜੀਆਂ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਤੇ ਕੱਲ ਹੀ ਮੇਰੇ ਕੋਲ ਇੱਕ ਕੁੜੀ 21 ਸਾਲ ਦੀ ਕੁੜੀ ਆਪਣਾ ਟ੍ਰੀਟਮੈਂਟ ਕਰਵਾਉਣ ਲਈ ਆਈ ਸੀਗੀ। ਉਹਨਾਂ ਦੀ ਮਦਰ ਨੇ ਮੈਨੂੰ ਦੱਸਿਆ ਕਿ ਆਪਾਂ ਨੂੰ 2 ਸਾਲਾਂ ਬਾਅਦ ਪਤਾ ਚੱਲਿਆ ਕਿ ਸਾਡੀ ਕੁੜੀ ਕੋਈ ਇਹ ਨਸ਼ੇ ਕਰਦੀ ਹੈ। ਤੇ ਉਹਨਾਂ ਨੇ ਕੀ ਦੱਸਿਆ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ। ਉਹਨਾਂ ਨੇ ਕਿ ਇਹ ਕੁੜੀ ਕੀ ਘਰਦਿਆਂ ਦੇ ਨਾਲ ਹੀ ਰਹਿੰਦੀ ਸੀ ਜਾਂ ਫਿਰ ਬਾਹਰ? ਇਹ ਕੁੜੀ ਘਰਦਿਆਂ ਦੇ ਨਾਲ ਰਹਿੰਦੀ ਸੀਗੀ। ਯੈਸ, ਉਹ ਕਾਲਜ ਦੇ ਵਿੱਚ ਪੜ੍ਹਦੀ ਸੀਗੀ ਤੇ ਪਾਰਟ ਟਾਈਮ ਜੌਬ ਵੀ ਕਰਦੀ ਸੀਗੀ। ਉਸ ਤੋਂ ਬਾਅਦ ਵੀ ਘਰਦਿਆਂ ਨੂੰ ਇਸ ਬਾਰੇ ਨਹੀਂ ਪਤਾ ਲੱਗ ਪਾਇਆ। ਘਰਦਿਆਂ ਨੂੰ ਕਦ ਸ਼ੱਕ ਹੋਇਆ ਜਦ ਉਹਨਾਂ ਨੇ ਇਹ ਨੋਟਿਸ ਕੀਤਾ ਕਿ ਜਿਹੜੀ ਕੁੜੀ ਦੀ ਸੈਲਰੀ ਸੀਗੀ ਉਹ ਵੀ ਉਹ ਘਰਦਿਆਂ ਨੂੰ ਨਹੀਂ ਦਿੰਦੀ ਸੀਗੀ ਤੇ ਅਲੱਗ ਤੋਂ ਘਰਦਿਆਂ ਤੋਂ ਉਹ ਪੈਸੇ ਮੰਗਦੀ ਸੀਗੀ। ਤੇ ਉਹਨਾਂ ਨੇ ਇਹ ਵੀ ਦੇਖਿਆ ਕਿ ਜਿਹੜਾ ਕਿ ਉਹਨੂੰ ਮੋਬਾਈਲ ਲੈ ਕੇ ਦਿੱਤਾ ਗਿਆ ਸੀ ਉਹ ਵੀ ਹਰ 15ਵੇਂ ਦਿਨ ਗੁੰਮ ਜਾਂਦਾ ਸੀਗਾ ਜਾਂ ਉਹਨੂੰ ਲੱਭਦਾ ਨਹੀਂ ਸੀਗਾ। ਇੱਕ ਹੋਰ ਜਿਹੜੀ ਉਹਨਾਂ ਨੇ ਚੀਜ਼ ਦੱਸੀ ਕਿ ਉਹ ਜਦ ਵੀ ਕੱਪੜੇ ਲੈਂਦੀ ਸੀ ਵੀ ਨਵੇਂ ਕੱਪੜੇ ਲੈਂਦੀ ਸੀਗੀ, ਬਟ ਥੋੜੇ ਦਿਨਾਂ ਬਾਅਦ ਉਹ ਕੱਪੜੇ ਵੀ ਗੁੰਮ ਜਾਂਦੇ ਸੀਗੇ। ਤੇ ਉਹਨਾਂ ਨੂੰ ਲੱਗਿਆ ਕਿ ਇਹ ਕਿਉਂ ਹੋ ਰਿਹਾ ਹੈ।
ਤਾਂ ਜਦੋਂ ਡੀਪਲੀ ਉਹਨਾਂ ਨੇ ਰਿਸਰਚ ਕੀਤੀ, ਉਹਨਾਂ ਨੇ ਘਰ ਦੇ ਕਮਰੇ ਨੂੰ ਚੈੱਕ ਕੀਤਾ ਤੇ ਉਹਨਾਂ ਨੂੰ ਸਿਗਰਟ ਦੀ ਬਡਸ ਮਿਲੀਆਂ, ਉਹਨਾਂ ਨੂੰ ਭਾਂਗ ਦੇ ਪੇਪਰ ਫੋਇਲ ਪੇਪਰ ਮਿਲੇ ਤੇ ਉਹਨਾਂ ਨੂੰ ਕੁਝ ਸਿਰਿੰਜਸ ਵੀ ਮਿਲੀਆਂ, ਜਿਨ੍ਹਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਕਿ ਸਾਡੀ ਕੁੜੀ ਜਿਹੜੀ ਕਿ ਕੰਮ ਤੇ ਵੀ ਜਾਂਦੀ ਹੈ, ਪੜ੍ਹਾਈ ਵੀ ਕਰਦੀ ਹੈ, ਹਾਊ ਕੈਨ ਸ਼ੀ ਬੀ ਇਨਟੂ ਥੀਸ ਥਿੰਗਸ। ਸੋ ਇਹ ਚੀਜ਼ਾਂ ਦਾ ਪਤਾ ਲਗਾਉਣਾ ਬਹੁਤ ਔਖਾ ਹੋ ਜਾਂਦਾ ਹੈ ਇਨ ਦ ਬਿਗਨਿੰਗ, ਸ਼ੁਰੂਆਤ ਦੇ ਵਿੱਚ ਇਹ ਬਹੁਤ ਔਖਾ ਹੋ ਜਾਂਦਾ ਹੈ, ਬਟ ਜਿਉਂ-ਜਿਉਂ ਮਰੀਜ਼ ਐਡਿਕਟ ਹੁੰਦਾ ਜਾਂਦਾ ਹੈ, ਜਿੰਨੀ ਵੀ ਇਨਹਿਬਿਸ਼ਨਸ ਮਰੀਜ਼ ਦੇ ਵਿੱਚ ਹੁੰਦੀਆਂ ਉਹ ਹਟਣ ਲੱਗ ਜਾਂਦੀਆਂ ਔਰ ਮਰੀਜ਼ ਡਿਸਇਨਹਿਬਿਟਡ ਹੋਣ ਲੱਗ ਜਾਂਦਾ ਹੈ ਤੇ ਸਾਰੀਆਂ ਚੀਜ਼ਾਂ ਬਿਲਕੁਲ ਖੁੱਲ ਕੇ ਸਾਹਮਣੇ ਆ ਜਾਂਦੀਆਂ ਨੇ ਆਪੇ ਹੀ। ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨੀ ਖੂਬ ਸਾਰੀ ਜਾਣਕਾਰੀ ਦਿੱਤੀ ਹੈ, ਕੁਝ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਨੇ ਤੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਗੱਲ ਵੀ ਕੀਤੀ ਹੈ। ਤੇ ਜਾਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਜਿਹੜੇ ਹੁਣ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹ ਅਤੇ ਨਸ਼ੇ ਤੋਂ ਬਾਹਰ ਆ ਚੁੱਕੇ ਵਿਅਕਤੀਆਂ ਨੂੰ ਅਤੇ ਇਸ ਦੇ ਨਾਲ-ਨਾਲ ਸਮਾਜ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਸਿੰਸ ਆਪਾਂ ਜੂਨ ਦੇ ਮਹੀਨੇ ਦੇ ਵਿੱਚ ਇਹ ਕਰ ਰਹੇ ਹਾਂ ਤੇ ਵੀ ਆਰ ਡੂਇੰਗ ਇਟ ਫॉर ਇੰਟਰਨੈਸ਼ਨਲ ਡਰਗ ਅਗੇਂਸਟ ਡੇ ਅਗੇਂਸਟ ਡਰਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ ਤੇ ਕਰ ਰਹੇ ਹਾਂ ਤੇ ਇਸ ਸਾਲ ਦਾ ਜਿਹੜਾ ਥੀਮ ਹੈਗਾ, ਇਸ ਸਾਲ ਦਾ ਉਹਨਾਂ ਦਾ ਥੀਮ ਹੈਗਾ ਕਿ ਡਰੱਗਸ ਬਾਰੇ ਸੱਚਾਈ ਦੱਸੋ, ਸਾਂਝੀ ਕਰੋ ਤੇ ਜੀਵਨ ਨੂੰ ਬਚਾਓ। ਮੈਂ ਇਹੀ ਚੀਜ਼ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ ਆਪਣੇ ਨਸ਼ੇ ਬਾਰੇ ਦੂਜਿਆਂ ਨਾਲ ਪਹਿਲੇ ਇਸ ਗੱਲਾਂ ਨੂੰ ਸਾਂਝੀ ਕਰਨ, ਦੱਸਣ ਔਰ ਉਸ ਤੋਂ ਬਾਅਦ ਆਪਣਾ ਇਲਾਜ ਕਰਾਉਣ ਔਰ ਦੂਜਿਆਂ ਨੂੰ ਵੀ ਇਹਦੇ ਬਾਰੇ ਇਨਫੋਰਮੇਸ਼ਨ ਦੇਣ। 7500 ਕਰੋੜ ਇਜ਼ ਦਾ ਅਮਾਉਂਟ ਜਿਹੜਾ ਕਿ ਪੰਜਾਬ ਸਰਕਾਰ ਨੇ ਆਪਣੀ ਇੱਕ ਸਰਵੇ ਦੇ ਵਿੱਚ ਦੱਸਿਆ ਹੈਗਾ, ਜਿਹੜਾ ਕਿ ਪੰਜਾਬ ਵੱਲੋਂ ਨਸ਼ਿਆਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈਗਾ ਜੀ, ਜੋ ਕਿ ਇੱਕ ਬਹੁਤ ਜ਼ਿਆਦਾ ਆਈ ਓਪਨਿੰਗ ਤੇ ਇੱਕਦਮ ਸਰਪ੍ਰਾਈਜ਼ ਕਰ ਦੇਣੇ ਵਾਲਾ ਨੰਬਰ ਹੈਗਾ ਆਪਣੇ ਆਪ ਦੇ ਵਿੱਚ। ਬਿਲਕੁਲ। ਤਾਂ ਤੁਸੀਂ ਸੁਣਿਆ ਕਿ ਡਾਕਟਰ ਧਵਨ ਨੇ ਕਿੰਨੀ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਇੱਕ ਸੰਦੇਸ਼ ਵੀ ਦਿੱਤਾ। ਡਾਕਟਰ ਸਾਹਿਬ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਮੈਡਮ। ਤਾਂ ਦਰਸ਼ਕੋ, ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਜੇਕਰ ਨਸ਼ੇ ਦੀ ਦਲਦਲ ਦੇ ਵਿੱਚ ਕੋਈ ਧੱਸ ਵੀ ਜਾਂਦਾ ਹੈ ਤਾਂ ਬਾਹਰ ਵੀ ਆ ਸਕਦਾ ਹੈ ਤੇ ਉਸ ਤੋਂ ਬਾਅਦ ਇੱਕ ਵਧੀਆ ਜ਼ਿੰਦਗੀ ਵੀ ਜੀ ਸਕਦਾ ਹੈ। ਪਰ ਜਿਹੜੇ ਹਾਲੇ ਵੀ ਨੌਜਵਾਨ ਨੇ ਉਹਨਾਂ ਨੂੰ ਇਹ ਅਪੀਲ ਕਰ ਰਹੇ ਨੇ, ਹਰ ਇੱਕ ਵਿਅਕਤੀ ਦੇ ਵੱਲੋਂ ਬਾਰ-ਬਾਰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹਾ ਉਹ ਨਾ ਕਰਨ। ਲਮਹੋਂ ਨੇ ਖਤਾ ਕੀ ਔਰ ਸਦੀਆਂ ਨੇ ਸਜ਼ਾ ਪਾਈ, ਇਸ ਦੇ ਵਿੱਚੋਂ ਨਿਕਲਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ, ਕਾਫੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕੀਮਤੀ ਸਮਾਂ ਖਰਾਬ ਹੁੰਦਾ ਹੈ ਤੇ ਪੈਸਾ ਵੀ ਬਰਬਾਦ ਹੁੰਦਾ ਹੈ। ਇਸ ਕਰਕੇ ਅਸੀਂ ਚਾਹਾਂਗੇ ਕਿ ਤੁਸੀਂ ਇਸ ਤੋਂ ਬਚ ਕੇ ਰਹੋ। ਇੱਕ ਵਾਰ ਫਿਰ ਤੋਂ ਡਾਕਟਰ ਧਵਨ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਸਰ।